परमेश्वर ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਸਵੇਰ ਦੇ ਸਮੇਂ ਵਿੱਚ ਆਪਾਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ। ਆਓ ਅੱਜ ਦੇ ਦਿਨ ਦੀ ਕਿਰਪਾ ਦੇ ਲਈ ਪ੍ਰਭੂ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ। ਹਾਲੇਲੂਇਆ 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 ਹਾਲੇਲੂਇਆ। ਧੰਨਵਾਦ 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 ਪਿਤਾ ਪਰਮੇਸ਼ਰ, ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ, ਤੁਹਾਡਾ ਧੰਨਵਾਦ ਕਰਦੇ ਹਾਂ, ਤੁਹਾਡੀ ਤਾਰੀਫ ਕਰਦੇ ਹਾਂ, ਤੁਹਾਡੇ ਨਾਮ ਨੂੰ ਮਹਿਮਾ ਅਤੇ ਵਡਿਆਈ ਦਿੰਦੇ ਹਾਂ ਮੇਰੇ ਪ੍ਰਭੂ ਜੀ। ਤੁਹਾਡੀ ਪਾਵਨ ਹਜ਼ੂਰੀ ਵਿੱਚ ਝੁਕਦੇ ਹਾਂ ਮੇਰੇ ਪਿਤਾ ਪਰਮੇਸ਼ਰ। ਅੱਜ ਦੇ ਸੁੰਦਰ ਦਿਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ। ਰਾਤ ਭਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ, ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ। ਅਸੀਂ ਆਪਣੇ ਦਿਨ ਦੇ ਸਾਰੇ ਭਲਾਂ ਨੂੰ ਤੁਹਾਡੇ ਤਾਕਤਵਰ ਹੱਥਾਂ ਵਿੱਚ ਸੌਂਪ ਦਿੰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਕਿ ਜਿੱਦਾਂ ਰਾਤ ਦੇ ਵੇਲੇ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ, ਦਿਨ ਦੇ ਵੇਲੇ ਵੀ ਤੁਸੀਂ ਸਾਨੂੰ ਸੰਭਾਲ ਕੇ ਰੱਖੋਗੇ ਪਿਤਾ। ਆਪਣੇ ਸਵਰਗ ਦੂਤਾਂ ਨੂੰ ਸਾਡੇ ਲਈ ਹੁਕਮ ਦਿਓ ਕਿ ਉਹ ਸਾਡੇ ਸਾਰੇ ਰਾਸਤੇ ਵਿੱਚ ਸਾਡੀ ਮਦਦ ਸਹਾਇਤਾ ਕਰਨ। ਹਰ ਇੱਕ ਖਤਰੇ, ਮੁਸੀਬਤ, ਦੁਰਘਟਨਾ, ਪਰੇਸ਼ਾਨੀ ਔਰ ਬਿਮਾਰੀ ਤੋਂ ਸਾਨੂੰ ਬਚਾ ਕੇ ਰੱਖਣ ਪਿਤਾ। ਅਸੀਂ ਅੱਜ ਆਪਣੇ ਦਿਨ ਦੀ ਸ਼ੁਰੂਆਤ ਤੁਹਾਡੇ ਪਵਿੱਤਰ ਵਚਨ ਦੇ ਨਾਲ ਕਰਨ ਜਾ ਰਹੇ ਹਾਂ ਮੇਰੇ ਪ੍ਰਭੂ ਜੀ। ਪਿਤਾ, ਅੱਜ ਦਾ ਦਿੱਤਾ ਹੋਇਆ ਤੁਹਾਡਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮ੍ਹਾਂ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਪ੍ਰਭੂ ਜੀ। ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ, ਇਸ ਪਾਕ ਵਚਨ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ। ਔਰ ਪ੍ਰਭੂ ਜੀ, ਜੋ ਵੀ ਜਨ ਇਸ ਪਾਕ ਵਚਨ ਨੂੰ ਸੁਣੇ ਉਹ ਤੁਹਾਡੇ ਨਾਮ ਵਿੱਚ ਵਾਧਾ ਔਰ ਤਰੱਕੀ ਕਰਦਾ ਜਾਵੇ। ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਵਿੱਚ, ਆਮੀਨ। ਅੱਜ ਆਪਾਂ ਪਰਮੇਸ਼ਰ ਦੀ ਮਹਿਮਾ ਦੇ ਲਈ ਵਰਤ ਦੇ ਸਮੇਂ ਹੋਏ ਵਿਸ਼ਵਾਸ ਦੀ ਅਗਵਾਈ ਨੂੰ ਸੁਣਾਂਗੇ। ਇਹ ਅਗਵਾਈ ਸਿਸਟਰ ਪਰਮਜੀਤ ਕੌਰ ਦੀ ਆ, ਜੋ 45 ਸਾਲ ਦੇ ਨੇ। ਸਿਸਟਰ ਦੱਸਦੇ ਨੇ ਕਿ ਉਹਨਾਂ ਦੀ ਬੇਟੀ ਅਤੇ ਉਹਨਾਂ ਦੇ ਹਸਬੈਂਡ ਆਪਸ ਵਿੱਚ ਬਹੁਤ ਜ਼ਿਆਦਾ ਲੜ ਰਹੇ ਸਨ ਔਰ ਕਾਫੀ ਦਿਨਾਂ ਤੋਂ ਉਹਨਾਂ ਦੇ ਵਿੱਚ ਆਪਸੀ ਅਣਬਣ ਚੱਲ ਰਹੀ ਸੀ। ਸਿਸਟਰ ਨੇ ਫਾਸਟ ਦੇ ਵਿੱਚ ਉਹਨਾਂ ਦੇ ਲਈ ਪ੍ਰਾਰਥਨਾ ਕੀਤੀ ਔਰ ਉਹਨਾਂ ਦੋਨਾਂ ਦੇ ਵਿੱਚ ਜੋ ਵੀ ਮਿਸਅੰਡਰਸਟੈਂਡਿੰਗ ਸੀ ਉਹ ਕਲੀਅਰ ਹੋ ਗਈ ਔਰ ਇਸ ਚੰਗਿਆਈ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਦੂਸਰੀ ਗਵਾਹੀ ਸਿਸਟਰ ਦੀ ਇਹ ਆ ਕਿ ਸਿਸਟਰ ਬਾਈਬਲ ਨਹੀਂ ਸੀ ਪੜ੍ਹ ਪਾਉਂਦੇ ਔਰ ਜਦ ਵੀ ਉਹ ਪੜ੍ਹਦੇ ਸਨ ਉਹਨਾਂ ਨੂੰ ਸਮਝ ਨਹੀਂ ਸੀ ਆਉਂਦੀ। ਜਿਸ ਦਿਨ ਉਹ ਪੜ੍ਹਦੇ ਸਨ ਉਸੇ ਦਿਨ ਉਹਨਾਂ ਦਾ ਸਿਰ ਦਰਦ ਕਰਨ ਲੱਗ ਜਾਂਦਾ ਸੀ। ਸਿਸਟਰ ਦੱਸਦੇ ਨੇ ਕਿ ਫਾਸਟਿੰਗ ਦੇ ਵਿੱਚ ਹੀ ਸਿਸਟਰ ਨੂੰ ਬਾਈਬਲ ਪੜ੍ਹਨ ਦੇ ਵਿੱਚ ਵੀ ਆਸਾਨੀ ਹੋਣ ਲੱਗ ਗਈ। ਉਹ ਬਾਈਬਲ ਪੜ੍ਹਦੇ ਨੇ, ਉਹਨਾਂ ਨੂੰ ਸਮਝ ਵੀ ਆਉਂਦੀ ਆ। ਪਹਿਲਾਂ ਇੱਕ ਟਾਈਮ ਵੀ ਪੜ੍ਹਨਾ ਮੁਸ਼ਕਿਲ ਸੀ, ਹੁਣ ਸਿਸਟਰ ਦਿਨ ਦੇ ਵਿੱਚ 2 ਵਾਰ ਬਾਈਬਲ ਪੜ੍ਹਦੇ ਨੇ। ਔਰ ਤੀਸਰੀ ਗਵਾਹੀ ਸਿਸਟਰ ਦੀ ਇਹ ਆ, ਸਿਸਟਰ ਦੱਸਦੇ ਨੇ ਕਿ ਉਹਨਾਂ ਦੀ ਬੇਟੀ ਸੀ ਜੋ ਉਹ ਆਪਣੀ ਮਰਜ਼ੀ ਬਹੁਤ ਜ਼ਿਆਦਾ ਕਰਦੇ ਸਨ। ਉਹ ਆਪਣੇ ਘਰਦਿਆਂ ਦੀ ਗੱਲ ਨਹੀਂ ਸਨ ਮੰਨਦੇ ਔਰ ਉਹ ਜਿੱਦ ਤੇ ਅੜ ਜਾਂਦੇ ਸਨ। ਜੋ ਉਹ ਕੰਮ ਉਹ ਕਹਿੰਦੇ ਸਨ ਉਹ ਕਰਨ ਦੇ ਲਈ ਪੂਰੀ ਜ਼ਿੱਦ ਕਰਦੇ ਸਨ। ਪਰ ਸਿਸਟਰ ਨੇ ਵਰਤ ਦੇ ਸਮੇਂ ਦੇ ਵਿੱਚ ਆਪਣੀ ਬੇਟੀ ਦੇ ਲਈ ਪਰਮੇਸ਼ਰ ਤੋਂ ਬੁੱਧ ਨੂੰ ਮੰਗਿਆ। ਸਿਸਟਰ ਦੱਸਦੇ ਨੇ ਕਿ ਵਰਤ ਦੇ ਸਮੇਂ ਦੇ ਵਿੱਚ ਹੀ ਉਹਨਾਂ ਦੀ ਬੇਟੀ ਨੇ ਇਸ ਚੀਜ਼ ਨੂੰ ਸਮਝਿਆ ਕਿ ਉਹ ਜੋ ਇਸ ਗੱਲ ਦੀ ਜ਼ਿੱਦ ਕਰ ਰਹੇ ਹਨ ਉਹ ਗਲਤ ਹੈ ਔਰ ਉਹਨਾਂ ਨੇ ਆਪਣੀ ਮੰਮਾ ਨੂੰ ਸੌਰੀ ਫੀਲ ਕੀਤਾ ਔਰ ਉਹਨਾਂ ਦੀ ਗੱਲ ਨੂੰ ਮੰਨਿਆ। ਔਰ ਸਿਸਟਰ ਪਰਮੇਸ਼ਰ ਦਾ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ। ਅੱਜ ਦੇ ਵਚਨ ਦੇ ਵਿੱਚ ਅਸੀਂ ਜਾਣਾਂਗੇ ਕਿ ਆਖਿਰ ਪਰਮੇਸ਼ਰ ਕਿੰਨਾ ਲੋਕਾਂ ਨੂੰ ਪਸੰਦ ਕਰਦੇ ਆ ਜਾਂ ਫਿਰ ਉਹ ਕਿਹੜੀ ਚੀਜ਼ ਆ ਜਿਹਨੂੰ ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਨਾਲ ਹੋਣ ਦੇ ਲਈ ਚੁਣਿਆ ਸੀਗਾ, ਆਪਣੇ ਲਈ ਚੁਣਿਆ ਸੀ ਆਪਣੀ ਮਰਜ਼ੀ ਦੇ ਅਨੁਸਾਰ। ਔਰ ਉਹ ਕੀ ਸੀ ਔਰ ਕਿਉਂ ਚੁਣਿਆ ਸੀ ਔਰ ਇਸ ਵੀ ਅਸੀਂ ਜਾਣਾਂਗੇ ਕਿ ਆਖਿਰ ਪਰਮੇਸ਼ਰ ਕਿੰਨਾ ਨੂੰ ਪਸੰਦ ਕਰਦੇ ਆ। ਤਾਂ ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜ੍ਹਾਂਗੇ ਲੂਕਾ 19 ਉਹਦੀ 30 ਨੰਬਰ ਆਇਤ ਨੂੰ ਕਿ ਸਾਹਮਣੇ ਪਿੰਡ ਨੂੰ ਜਾਓ ਅਤੇ ਉੱਥੇ ਪਹੁੰਚ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਵੇਖੋਗੇ ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਸ ਨੂੰ ਖੋਲ੍ਹ ਲਿਆਇਓ। ਹਾਲੇਲੂਇਆ। ਅਸੀਂ ਸਾਰੇ ਹੀ ਖਜੂਰੀ ਐਤਵਾਰ ਨੂੰ ਸੈਲੀਬ੍ਰੇਟ ਕਰਦੇ ਹਾਂ। ਅਸੀਂ ਸੈਲੀਬ੍ਰੇਟ ਕਰਦੇ ਹਾਂ ਪਾਮ ਸੰਡੇ ਸੀ ਜਿਸ ਦਿਨ ਯਿਸੂ ਮਸੀਹ ਗਧੀ 'ਤੇ ਸਵਾਰ ਹੋ ਕੇ ਆਏ ਸੀ ਔਰ ਸਾਰੇ ਲੋਕਾਂ ਨੇ ਉਹਨਾਂ ਦੇ ਪੈਰਾਂ ਦੇ ਵਿੱਚ, ਗਧੀ ਦੇ ਪੈਰਾਂ ਦੇ ਵਿੱਚ ਖੰਜੂਰ ਦੇ ਪੱਤੇ ਰੱਖੇ ਸੀ। ਆਪਣੇ ਮਹਿੰਗੇ ਮੁੱਲ ਦੇ ਕੱਪੜੇ ਉਸ ਰਾਹਾਂ ਦੇ ਵਿੱਚ ਵਿਛਾ ਦਿੱਤੇ ਸੀ ਜਿਸ ਰਾਹਾਂ ਦੇ ਉੱਤੋਂ ਯਿਸੂ ਮਸੀਹ ਗਧੀ ਦੇ ਉੱਤੇ ਬੈਠ ਕੇ ਲੰਘ ਰਹੇ ਸਨ। ਤਾਂ ਇਹ ਵਚਨ ਵੀ ਉਸੇ ਦਿਨ ਦਾ ਆ, ਉਸੇ ਗੱਲ ਨੂੰ ਰਿਲੇਟ ਕਰਦਾ ਆ ਕਿ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਓ ਅਤੇ ਸਾਹਮਣੇ ਪਿੰਡ ਵਿੱਚ ਜਾ ਕੇ ਦੇਖੋ ਇੱਕ ਗਧੀ ਦਾ ਬੱਚਾ ਬੰਨਿਆ ਹੋਇਆ ਤੁਸੀਂ ਵੇਖੋਗੇ ਅਤੇ ਉਹਦੇ 'ਤੇ ਕੋਈ ਅੱਜ ਤੱਕ ਸਵਾਰ ਨਹੀਂ ਹੋਇਆ, ਤਾਂ ਉਹਨੂੰ ਖੋਲ੍ਹ ਕੇ ਤੁਸੀਂ ਮੇਰੇ ਲਈ ਲੈ ਕੇ ਆਓ। ਇਹ ਯਿਸੂ ਮਸੀਹ ਦਾ ਆਪਣਾ ਚੁਣਾਵ ਸੀ। ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਉਸ ਗਧੀ ਦੇ ਬੱਚੇ ਨੂੰ ਚੁਣਿਆ, ਜਦ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਉਹਨੂੰ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਕਹਿੰਦੇ ਸੀ। ਅੱਜ ਵੀ ਅਸੀਂ ਇਸ ਗੱਲ ਨੂੰ ਬਿਲੀਵ ਕਰਦੇ ਹਾਂ ਕਿ ਯਿਸੂ ਮਸੀਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਆ। ਤਾਂ ਅਸੀਂ ਅਗਰ ਕਿਸੇ ਨੇ ਰਾਜਿਆਂ ਦੀਆਂ ਕਹਾਣੀਆਂ ਵੇਖੀਆਂ ਨੇ ਜਾਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਸੀਰੀਅਲ ਦੇ ਵਿੱਚ ਵੇਖਦੇ ਹੁੰਦੇ ਸੀਗੇ ਕਿ ਰਾਜੇ ਸੀ ਜੋ ਹਾਥੀਆਂ ਦੇ ਉੱਤੇ ਬੈਠ ਕੇ ਆਉਂਦੇ ਸੀ ਜਾਂ ਫਿਰ ਘੋੜਿਆਂ ਦੇ ਉੱਤੇ ਬਹਿ ਕੇ ਆਉਂਦੇ ਸੀ। ਜੋ ਰੱਥ ਹੁੰਦੇ ਸੀ ਉਹਨਾਂ ਦੇ ਉਹ ਵੀ ਘੋੜੇ ਚਲਾਉਂਦੇ ਸਨ। ਯਿਸੂ ਮਸੀਹ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਸੀ। ਮਤਲਬ ਉਹਨਾਂ ਰਾਜਿਆਂ ਨਾਲੋਂ ਕਿਤੇ ਵੱਧ ਕੇ ਅਤੇ ਉਹਨਾਂ ਨਾਲੋਂ ਵੱਧ ਮਹਿਮਾ ਦੇ ਯੋਗ ਬਲ, ਤਾਕਤ, ਸਾਮਰਥ, ਸਮਝ, ਬੁੱਧ, ਗਿਆਨ ਅਤੇ ਹਰ ਚੀਜ਼ ਦੇ ਵਿੱਚ ਉਸ ਧਰਤੀ ਦੇ ਰਾਜਿਆਂ ਨਾਲੋਂ ਵੱਧ ਕੇ ਸੀ।
ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਆਪਣੇ ਬੈਠਣ ਦੇ ਲਈ ਉਹ ਉਹਨਾਂ ਨਾਲੋਂ ਵਧੀਆ ਕਿਸੇ ਜਾਨਵਰ ਨੂੰ ਚੂਜ਼ ਕਰਦੇ ਜਾਂ ਫਿਰ ਕਿਸੇ ਉਹਨੂੰ ਜਿਹਦੇ ਨਾਲ ਉਹਨਾਂ ਦੀ ਸ਼ਾਨ ਵੱਧਦੀ। ਅਸੀਂ ਜਾਣਦੇ ਹਾਂ ਕਿ ਗਧੀ ਦੇ ਉੱਤੇ ਬਿਠਾ ਕੇ ਉਹਨੂੰ ਲੈ ਕੇ ਜਾਇਆ ਜਾਂਦਾ ਸੀ ਕਿ ਜਿਹਨੇ ਗਲਤੀ ਕੀਤੀ ਸੀ, ਦੋਸ਼ ਕੀਤਾ ਹੁੰਦਾ ਸੀ, ਉਹਦਾ ਮੂੰਹ ਕਾਲਾ ਕਰਕੇ ਗਧੀ 'ਤੇ ਬਿਠਾ ਕੇ ਗੇੜੇ ਕਢਾਉਂਦੇ ਹੁੰਦੇ ਸਨ। ਇਹ ਵੀ ਅਸੀਂ ਫਿਲਮਾਂ 'ਚ ਹੀ ਦੇਖਿਆ ਆ। ਮਤਲਬ ਇਹ ਚੀਜ਼ ਕਿਤੇ ਨਾ ਕਿਤੇ ਇਫੈਕਟ ਕਰਦੀ ਕਿ ਗਧੀ ਦੇ ਬੱਚੇ ਨੂੰ ਸ਼ਰਮਿੰਦਗੀ ਦੇ ਰੂਪ 'ਚ ਲਿਆ ਜਾਂਦਾ ਸੀ। ਇਹ ਸੰਸਾਰਿਕ ਸੋਚ ਆ ਕਿ ਗਧੀ ਦਾ ਬੱਚਾ ਸ਼ਰਮਿੰਦਗੀ ਦੇ ਰੂਪ ਦੇ ਵਿੱਚ ਭਾਰ ਢੋਣ ਦੇ ਲਈ, ਮਿਹਨਤ ਦੇ ਕੰਮ ਕਰਨ ਦੇ ਲਈ ਆ। ਪਰ ਕਿਸੇ ਵੀ ਪਾਸੋਂ ਕਿਸੇ ਵੀ ਸੰਸਾਰ ਦੇ ਬੰਦੇ ਨੇ ਇਹ ਚੀਜ਼ ਨੂੰ ਚੂਜ਼ ਨਹੀਂ ਕੀਤਾ ਕਿ ਉਸ ਗਧੀ ਦੇ ਬੱਚੇ ਦੇ ਉੱਤੇ ਕਦੇ ਮੈਂ ਬਹਿ ਕੇ ਸਵਾਰ ਹੋਵਾਂ ਤੇ ਲੋਕ ਮੈਨੂੰ ਵਾਹ ਵਾਹ ਕਹਿਣਗੇ। ਸਾਰੇ ਸ਼ਰਮ ਹੀ ਮੰਨਦੇ ਸਨ ਕਿ ਜੇ ਮੈਂ ਇੱਥੇ ਬਹਿ ਕੇ ਜਾਵਾਂਗਾ ਤਾਂ ਲੋਕ ਮੈਨੂੰ ਵੇਖਣਗੇ ਤੇ ਮੈਨੂੰ ਪਾਗਲ ਸਮਝਣਗੇ। ਪਰ ਵਚਨ ਸਾਨੂੰ ਕੀ ਦੱਸਦਾ? ਕਹਿੰਦਾ ਪਰਮੇਸ਼ਰ ਦਾ ਦੇਖਣਾ ਮਨੁੱਖਾਂ ਦਾ ਦੇਖਣਾ ਨਹੀਂ ਆ। ਮਤਲਬ ਪਰਮੇਸ਼ਰ ਜਿਸ ਚੀਜ਼ ਨੂੰ ਚੁਣਦੇ ਆ ਉਹ ਇਨਸਾਨੀ ਸੋਚ ਦੇ ਨਾਲ ਨਹੀਂ ਚੁਣਦੇ। ਉਹਨਾਂ ਦੀ ਸੋਚ ਤੇ ਇਨਸਾਨ ਦੀ ਸੋਚ ਮੈਚ ਨਹੀਂ ਹੋ ਸਕਦੀ। ਯੀਸ਼ੂ ਮਸੀਹ ਨੇ ਗਧੀ ਦੇ ਬੱਚੇ ਨੂੰ ਕਿਉਂ ਚੁਣਿਆ? ਕਿਉਂਕਿ ਉਹ ਬਹੁਤ ਹੀ ਨਮਰ ਸੀ, ਬਹੁਤ ਸ਼ਾਂਤ ਸੁਭਾਅ ਦਾ ਸੀ। ਉਹਨੂੰ ਕੁੱਟਿਆ ਮਾਰਿਆ ਜਾਂਦਾ ਸੀ, ਉਹਦੇ 'ਤੇ ਕਿੰਨਾ ਭਾਰ ਲੱਦਿਆ ਜਾਂਦਾ ਸੀ, ਪਰ ਫਿਰ ਵੀ ਉਹਨੂੰ ਬੇਕਦਰਿਆਂ ਵਾਂਗ ਸਿੱਟ ਦਿੱਤਾ ਜਾਂਦਾ ਸੀ। ਆਪਣੀ ਮਰਜ਼ੀ ਨਾਲ ਜਿੰਨਾ ਕੁ ਮਨ ਕਰਨਾ ਉਹਨੂੰ ਖਾਣ ਨੂੰ ਦੇਣਾ, ਜਿੰਨਾ ਕੁ ਪਾਣੀ ਦੇਣ ਨੂੰ ਮਨ ਕਰਨਾ ਦੇਣਾ, ਪਰ ਜਿੰਨਾ ਦਿਲ ਕਰਦਾ ਉਹ ਤੋਂ ਕੰਮ ਕਰਾਉਣਾ, ਜਿੰਨਾ ਵੱਧ ਹੋ ਸਕਦਾ ਉਹ ਤੋਂ ਭਾਰ ਚੁਕਾਉਣਾ, ਜਿੰਨੀ ਹੋ ਸਕਦੀ ਉਹ ਤੋਂ ਮਿਹਨਤ ਕਰਾਉਣੀ। ਪਰ ਉਹ ਬਹੁਤ ਸ਼ਾਂਤ ਮਨ ਦੇ ਨਾਲ ਜੋ ਵੀ ਉਹਦੇ ਨਾਲ ਬਿਹੇਵ ਕੀਤਾ ਜਾਂਦਾ ਸੀ ਉਹਨੂੰ ਚੁੱਪ ਕਰਕੇ ਸਹਿੰਦਾ ਰਹਿੰਦਾ ਸੀ। ਉਹ ਬਹੁਤ ਹੀ ਨਮਰ ਸੀ, ਬਹੁਤ ਸ਼ਾਂਤ ਸੁਭਾਅ ਦਾ ਸੀ। ਤਾਂ ਪਰਮੇਸ਼ਰ ਨੇ ਉਹਨੂੰ ਇਸ ਲਈ ਚੁਣਿਆ ਤਾਂ ਜੋ ਅਸੀਂ ਲੋਕ ਇਸ ਚੀਜ਼ ਦਾ ਮਤਲਬ ਕੱਢ ਸਕੀਏ ਕਿ ਉਹ ਆਖਿਰ ਉਹਦੇ ਪਿੱਛੇ ਕੀ ਸੀ। ਕਿਉਂਕਿ ਯੀਸ਼ੂ ਮਸੀਹ ਨੇ ਅਗਰ ਇੱਕ ਵੀ ਕੰਮ ਕੀਤਾ ਹੈ ਨਾ ਤਾਂ ਉਹਦੇ ਪਿੱਛੇ, ਹਰ ਇੱਕ ਗੱਲ ਦੇ ਪਿੱਛੇ ਇੱਕ ਨਾ ਇੱਕ ਬਹੁਤ ਵੱਡਾ ਮਕਸਦ ਸੀ। ਜੇ ਉਹਨਾਂ ਨੇ ਗਧੀ ਦੇ ਬੱਚੇ ਨੂੰ ਚੁਣਿਆ ਸੀ ਉਹਦੇ ਪਿੱਛੇ ਦਾ ਮਕਸਦ ਇਹ ਸੀ ਤਾਂ ਜੋ ਅਸੀਂ ਵੀ ਉਸ ਗਧੀ ਦੇ ਬੱਚੇ ਦੀ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਲੈਸਨ ਨੂੰ ਲਈਏ ਜੋ ਉਹਨੇ ਲੈਸਨ ਲੈ ਲਿਆ ਸੀ। ਗਧੀ ਦਾ ਬੱਚਾ ਸੀ ਜੋ ਬੇਹੱਦ ਭਾਰ ਚੱਕਦਾ ਸੀ, ਬਹੁਤ ਜ਼ਿਆਦਾ ਮਿਹਨਤ ਕਰਦਾ ਸੀ, ਫਿਰ ਵੀ ਆਪਣੇ ਮਾਲਕ ਕੋਲੋਂ ਡੰਡੇ ਖਾਂਦਾ ਸੀ। ਬਹੁਤਾ ਘੱਟ ਭੋਜਨ ਮਿਲਦਾ ਸੀ, ਬਹੁਤਾ ਘੱਟ ਉਹਦੀ ਕੇਅਰ ਕੀਤੀ ਜਾਂਦੀ ਸੀ, ਪਰ ਬਹੁਤਾ ਵੱਧ ਉਹਦੇ ਤੋਂ ਕੰਮ ਲਿਆ ਜਾਂਦਾ ਸੀ। ਉਸੇ ਤਰ੍ਹਾਂ ਅਗਰ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਦੇਖੀਏ ਤਾਂ ਬਹੁਤ ਸਾਰੇ ਭੈਣ ਭਾਈ ਆ ਜੋ ਕਹਿੰਦੇ ਨੇ ਕਿ ਸਾਨੂੰ ਸਾਡੇ ਰਿਸ਼ਤੇਦਾਰ ਛੱਡ ਗਏ ਨੇ, ਸਾਡੇ ਨਾਲ ਕੋਈ ਮਿਲਦਾ ਵਰਤਦਾ ਨਹੀਂ ਆ। ਜਦੋਂ ਦੇ ਅਸੀਂ ਪਰਮੇਸ਼ਰ 'ਚ ਆਏ ਹਾਂ ਜਾਂ ਫਿਰ ਜਦੋਂ ਦੇ ਸਾਡੇ 'ਤੇ ਦੁੱਖ ਮੁਸ਼ਕਿਲਾਂ ਮੁਸੀਬਤਾਂ ਵਧੀਆਂ ਨੇ ਉਦੋਂ ਦਾ ਲੋਕਾਂ ਨੇ ਇੱਕ ਇੱਕ ਕਰਕੇ ਸਾਨੂੰ ਛੱਡ ਦਿੱਤਾ, ਪਰ ਸਾਡੀ ਮਦਦ ਦੇ ਲਈ ਕੋਈ ਖੜਾ ਨਹੀਂ ਹੋਇਆ। ਸਾਡੇ ਜ਼ਿੰਦਗੀ 'ਚ ਪ੍ਰੋਬਲਮ ਨੇ, ਬਿਮਾਰੀਆਂ ਨੇ, ਪਰੇਸ਼ਾਨੀਆਂ ਨੇ, ਪਰ ਅਸੀਂ ਉਹਦੇ ਵਿੱਚੋਂ ਬਾਹਰ ਨਹੀਂ ਨਿਕਲ ਪਾ ਰਹੇ। ਸਾਨੂੰ ਲੋਕ ਵੀ ਸਾਡੇ ਨਾਲ ਵੈਰ ਰੱਖਦੇ ਨੇ, ਸਰੀਰਕ ਰੋਗ ਵੀ ਨਹੀਂ ਟੁੱਟਦੇ, ਪਰ ਸਾਡਾ ਵਿਕਾਸ ਨਹੀਂ ਹੋ ਰਿਹਾ, ਅਸੀਂ ਵੱਧ ਨਹੀਂ ਰਹੇ ਹਾਂ। ਤਾਂ ਉਸ ਹਰ ਇੱਕ ਪਰਸਨ ਦੇ ਲਈ ਅੱਜ ਦਾ ਇਹ ਵਚਨ ਆ ਕਿ ਭਾਵੇਂ ਲੋਕਾਂ ਨੇ ਤੁਹਾਨੂੰ ਛੱਡ ਦਿੱਤਾ, ਭਾਵੇਂ ਤੁਹਾਡੇ ਰੋਗਾਂ ਨੇ ਤੁਹਾਡੇ ਤੇ ਬਹੁਤਾਇਤ ਦੇ ਨਾਲ ਵਾਰ ਕੀਤੇ, ਭਾਵੇਂ ਸ਼ੈਤਾਨ ਪਲ ਪਲ ਤੇ ਤੁਹਾਨੂੰ ਸਤਾ ਰਿਹਾ ਆ, ਪਰ ਧੰਨਿਆ ਤੁਸੀਂ। ਸੱਚਮੁੱਚ ਅਸੀਂ ਸਭ ਦੇ ਸਭ ਧੰਨ ਆ ਜਿਨ੍ਹਾਂ ਨੂੰ ਉਸ ਪਰਮੇਸ਼ਰ ਨੇ ਚੁਣ ਲਿਆ ਆ। ਹਾਲੇਲੂਇਆ। ਬਹੁਤ ਘੋੜੇ ਸੀ ਜਿਨ੍ਹਾਂ ਨੂੰ ਸ਼ਿੰਗਾਰ ਕੇ ਰੱਖਿਆ ਜਾਂਦਾ ਸੀ, ਜਿਨ੍ਹਾਂ ਨੂੰ ਪੂਰੀ ਵਧੀਆ ਖੁਰਾਕ ਦਿੱਤੀ ਜਾਂਦੀ ਸੀ ਔਰ ਮਹਿੰਗੇ ਮੁੱਲ 'ਚ ਵੇਚਿਆ ਜਾਂਦਾ ਸੀ, ਵਧੀਆ ਜਗ੍ਹਾ 'ਤੇ ਸਾਫ਼ ਸੁਥਰੀ ਥਾਂ 'ਤੇ ਰੱਖਿਆ ਜਾਂਦਾ ਸੀ ਔਰ ਬਹੁਤ ਘੱਟ ਮਿਹਨਤ ਕਰਵਾਈ ਜਾਂਦੀ ਸੀ। ਉਹਨਾਂ ਘੋੜਿਆਂ ਨੂੰ ਚੁਣਨ ਦੀ ਬਜਾਏ ਪਰਮੇਸ਼ਰ ਨੇ ਉਸ ਗਧੀ ਨੂੰ ਚੁਣਿਆ ਜਿਹੜੀ ਦੁਖੀ ਸੀ, ਪਰੇਸ਼ਾਨ ਸੀ ਤੇ ਬੋਝ ਹੇਠਾਂ ਦੱਬੀ ਹੋਈ ਸੀ। ਇੰਨਾ ਜ਼ਿਆਦਾ ਉਹਦੇ 'ਤੇ ਭਾਰ ਚੁਕਾਇਆ ਜਾਂਦਾ ਸੀ ਕਿ ਉਹ ਵੱਧ ਨਹੀਂ ਪਾਈ, ਉਹ ਬਹੁਤ ਛੋਟੀ ਕੱਦ ਦੀ ਰਹਿ ਗਈ ਔਰ ਬੜੇ ਹੀ ਬੋਝ ਦੇ ਥੱਲੇ ਉਹ ਦੱਬੀ ਹੋਈ ਸੀ। ਉਹ ਬਹੁਤ ਪਰੇਸ਼ਾਨ ਸੀ, ਉਹ ਆਪਣੀ ਮੁਸ਼ਕਿਲ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਇਹ ਸੋਚ ਕੇ ਕਹਿ ਰਹੀ ਸੀ ਕਿ ਸ਼ਾਇਦ ਮੇਰੀ ਕਿਸਮਤ ਇਹੀ, ਸ਼ਾਇਦ ਪਰਮੇਸ਼ਰ ਨੇ ਮੇਰੇ ਲਈ ਇਹੀ ਸੋਚਿਆ ਆ। ਉਸੇ ਤਰ੍ਹਾਂ ਅੱਜ ਸਾਡੀਆਂ ਜ਼ਿੰਦਗੀਆਂ 'ਚ ਵੀ ਬਹੁਤ ਸਾਰੀਆਂ ਮੁਸ਼ਕਿਲਾਂ, ਮੁਸੀਬਤਾਂ, ਪਰੇਸ਼ਾਨੀਆਂ, ਲੋਕਾਂ ਨੇ ਸਾਨੂੰ ਛੱਡਿਆ, ਪਰ ਧੰਨਿਆ ਅਸੀਂ ਕਿ ਉਸ ਪਰਮੇਸ਼ਰ ਨੇ ਸਾਨੂੰ ਚੁਣਿਆ ਆ। ਹਾਲੇਲੂਇਆ। ਦੇਖੋ ਹਰ ਇੱਕ ਪਰਸਨ ਆਪਣੇ ਆਸ-ਪਾਸ ਦੇਖੇ ਜਿੰਨੇ ਵੀ ਮਸੀਹ ਭੈਣ ਭਾਈ ਆ, ਉਹਨਾਂ ਦੇ ਵਿੱਚੋਂ ਕੋਈ ਵੀ ਕਹਿ ਦੇਵੇ ਕਿ ਮੈਂ ਆਪਣੀ ਖੁਸ਼ੀ ਦੇ ਨਾਲ ਆਇਆ, ਮੈਂ ਤਾਂ ਆਨੰਦ ਦੇ ਨਾਲ ਆਇਆ, ਮੇਰੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਨਹੀਂ ਸੀ, ਮੈਂ ਤਾਂ ਫਿਰ ਮਸੀਹ ਦੇ ਵਿੱਚ ਆਇਆ। ਹਰ ਕੋਈ ਆਪਣੇ ਦੁੱਖਾਂ ਪਰੇਸ਼ਾਨੀਆਂ ਤੋਂ ਅੱਕ ਕੇ ਥੱਕ ਕੇ ਮਸੀਹ ਦੇ ਵਿੱਚ ਆਇਆ। ਹਰ ਕਿਸੇ ਦੀ ਜ਼ਿੰਦਗੀ 'ਚ ਮੁਸੀਬਤਾਂ ਦੇ ਪਹਾੜ ਸੀ, ਇੱਕ ਤੋਂ ਵੱਧ ਕੇ ਇੱਕ ਮੁਸ਼ਕਿਲ ਸੀ, ਤੇ ਅਸੀਂ ਥੱਕੇ ਹਾਰੇ ਹੋਏ, ਸੰਸਾਰ ਵੱਲੋਂ ਸਤਾਏ ਹੋਏ, ਤਿਆਗੇ ਹੋਏ, ਛੱਡੇ ਹੋਏ ਮਸੀਹ ਦੀ ਸ਼ਰਨ ਦੇ ਵਿੱਚ ਆਏ। ਦੇਖੋ ਉਸ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਜਿਨ੍ਹਾਂ ਨੂੰ ਸੰਸਾਰ ਨੇ ਨਹੀਂ ਚੁਣਿਆ। ਉਸ ਪਰਮੇਸ਼ਰ ਨੇ ਉਹਨਾਂ ਨੂੰ ਆਪਣਾ ਬਣਾਇਆ ਜਿਨ੍ਹਾਂ ਦੇ ਆਪਣੇ ਵੀ ਉਹਨਾਂ ਨੂੰ ਛੱਡ ਗਏ।
ਤਾਂ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਰ ਦਾ ਚੁਣਾਵ ਮਨੁੱਖਾਂ ਦੇ ਚੁਣਾਵ ਦੇ ਨਾਲੋਂ ਕਿੰਨਾ ਅਲੱਗ ਆ। ਹਾਲੇਲੂਇਆ। ਲੋਕ ਉਹਨੂੰ ਚੁਣਦੇ ਆ ਜਿਹਨੂੰ ਸੰਸਾਰ ਚੁਣਦਾ ਆ। ਲੋਕ ਉਹਨੂੰ ਚੁਣਦੇ ਆ ਜਿਹਦੇ ਕੋਲੇ ਧਨ ਦੌਲਤ ਪੈਸਾ ਨਾਮ ਆ, ਜਿਹਦੇ ਕੋਲ ਗੱਡੀਆਂ ਨੇ, ਜਿਹਦੇ ਕੋਲੇ ਬੈਂਕ ਬੈਲੈਂਸ ਆ, ਜਿਹਨੂੰ ਲੋਕ ਸਲਾਮਾਂ ਠੋਕਦੇ ਨੇ, ਲੋਕ ਉਹਨੂੰ ਚਾਹੁੰਦੇ ਆ। ਪਰ ਪਰਮੇਸ਼ਰ ਉਹਨੂੰ ਚਾਹੁੰਦਾ ਆ ਜਿਹਦੇ ਤੋਂ ਲੋਕ ਨੱਕ ਮੋੜਦੇ ਨੇ, ਜਿਹਨੂੰ ਵੇਖ ਕੇ ਲੋਕ ਰਾਹ ਬਦਲ ਜਾਂਦੇ ਨੇ, ਜਿਹਦੇ ਆਪਣੇ ਵੀ ਉਹਨੂੰ ਠੋਕਰ ਮਾਰਦੇ ਆ, ਜਿਹੜੇ ਰੋਗਾਂ ਬਿਮਾਰੀਆਂ ਪਰੇਸ਼ਾਨੀਆਂ ਤੇ ਬੋਝ ਹੇਠਾਂ ਦਬ ਚੁੱਕੇ ਆ, ਜਿਹੜੇ ਇਹ ਮੰਨ ਚੁੱਕੇ ਆ ਕਿ ਸਾਡਾ ਕੋਈ ਹੱਲ ਨਹੀਂ ਹੋ ਸਕਦਾ ਪਰਮੇਸ਼ਰ ਤੋਂ ਬਿਨਾਂ, ਤਾਂ ਸੱਚਮੁੱਚ ਪਰਮੇਸ਼ਰ ਉਹਨਾਂ ਨੂੰ ਚੁਣ ਲੈਂਦੇ ਆ। ਹਾਲੇਲੂਇਆ। ਔਰ ਅਸੀਂ ਧੰਨ ਆ ਕਿ ਸਾਨੂੰ ਸੰਸਾਰ ਦੇ ਦੋਗਲੇ ਲੋਕਾਂ ਨੇ ਨਹੀਂ ਚੁਣਿਆ, ਜਿਨ੍ਹਾਂ ਨੇ ਮਤਲਬ ਕੱਢਿਆ ਔਰ ਉਦੋਂ ਬਾਅਦ ਸਾਨੂੰ ਫਿਰ ਲੱਤ ਮਾਰ ਦਿੱਤੀ, ਪਰ ਸਾਨੂੰ ਉਸ ਮਹਾਨ ਪਰਮੇਸ਼ਰ ਨੇ ਚੁਣਿਆ ਆ, ਜਿਹਨੇ ਸਾਡੀਆਂ ਕਮੀਆਂ ਦੇ ਵਿੱਚ ਵੀ ਸਾਨੂੰ ਚੁਣਿਆ। ਭਾਵੇਂ ਲੋਕ ਨਸ਼ੇ ਕਰਦੇ ਸੀ, ਉਹਨੇ ਉਹਨੂੰ ਵੀ ਚੁਣਿਆ। ਭਾਵੇਂ ਜਿਹੜੇ ਗਾਲਾਂ ਕੱਢਦੇ ਸੀ, ਕੁੱਟਮਾਰ ਕਰਦੇ ਸੀ, ਉਹਨੇ ਉਹਨੂੰ ਵੀ ਚੁਣਿਆ। ਉਹਨੇ ਹਰ ਬੁਰੇ ਇਨਸਾਨ ਨੂੰ ਚੁਣਿਆ ਜਿਹਨੂੰ ਸੰਸਾਰ ਨੇ ਤਿਆਗ ਦਿੱਤਾ। ਸੰਸਾਰ ਸਾਫ਼ ਸੁਥਰੇ ਤੇ ਚੰਗੇ ਨੂੰ ਚੁਣਦਾ, ਪਰ ਕੋਈ ਕਿਸੇ ਗੰਦੇ ਨੂੰ ਉਠਾ ਕੇ, ਮਾੜੇ ਨੂੰ ਉਠਾ ਕੇ ਚੰਗਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਸਾਫ਼ ਸੁਥਰਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਪਰ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਨਰਕ ਦੇ, ਗੰਦਗੀ ਦੇ, ਬਿਮਾਰੀਆਂ ਦੇ, ਰੋਗਾਂ ਦੇ ਖੱਡੇ ਦੇ ਵਿੱਚ ਲਿਬੜਿਆ ਹੋਇਆਂ ਨੂੰ ਬਾਹਰ ਕੱਢ ਕੇ ਧੋਂਦਾ ਆ, ਸਾਫ਼ ਕਰਦਾ ਆ, ਸ਼ੁੱਧ ਕਰਦਾ ਆ। ਔਰ ਸੱਚਮੁੱਚ ਉਹਦਾ ਚੁਣਾਵ ਅਨੋਖਾ ਆ, ਕਿਉਂਕਿ ਉਹ ਉਹਨਾਂ ਨੂੰ ਚੁਣਦਾ ਜਿਹਨੂੰ ਸੰਸਾਰ ਤਿਆਗ ਦਿੰਦਾ ਆ। ਹਾਲੇਲੂਇਆ। ਸੱਚਮੁੱਚ ਅੱਜ ਦਾ ਇਹ ਵਚਨ ਸਾਨੂੰ ਇਹ ਗਿਆਨ ਦਿੰਦਾ ਕਿ ਪਰਮੇਸ਼ਰ ਨੇ ਸਾਨੂੰ ਕਿਉਂ ਚੁਣਿਆ, ਕਿਉਂਕਿ ਉਹਦੀ ਸੋਚ ਸਾਡੇ ਤੋਂ ਅਲੱਗ ਆ, ਉਹਦੀ ਸੋਚ ਸਾਡੇ ਤੋਂ ਵੱਖਰੀ ਆ, ਉਹਦਾ ਸੋਚਣਾ ਸਾਡੇ ਨਾਲੋਂ ਉੱਤਮ ਆ ਤੇ ਪਵਿੱਤਰ ਆ, ਕਿਉਂਕਿ ਉਹ ਖੁਦ ਨਮਰ, ਸ਼ਾਂਤੀ ਦਾ ਰਾਜਕੁਮਾਰ, ਪ੍ਰੇਮ ਨਾਲ ਭਰਿਆ ਹੋਇਆ, ਦਿਆਲਗੀ ਦਾ, ਆਗਿਆਕਾਰੀ ਦੇ ਵਿੱਚ ਚੱਲਣ ਵਾਲਾ ਔਰ ਪਰਮੇਸ਼ਰ ਦਾ ਡਰ ਭੈ ਮੰਨਣ ਵਾਲਾ ਸੀ। ਔਰ ਉਹਨੇ ਇਹ ਸਭ ਦੇ ਸਭ ਹੀ ਕੰਮ ਪਰਮੇਸ਼ਰ ਦੇ ਭੈ ਦੇ ਵਿੱਚ ਚੱਲਦੇ ਹੋਏ ਕੀਤੇ, ਕਿਉਂਕਿ ਉਹਦੇ ਵਿੱਚ ਉਹ ਸੁਭਾਅ ਸੀ ਜੋ ਸਾਡੇ ਪਰਮੇਸ਼ਰ ਦਾ ਸੁਭਾਅ ਆ। ਉਹ ਪਰਮੇਸ਼ਰ ਦਾ ਅੰਸ਼ ਸੀ, ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਕੱਢਿਆ ਹੋਇਆ ਪਵਿੱਤਰ ਸ਼ਬਦ ਸੀ, ਉਹ ਸ਼ਬਦ ਜਿਹਦੇ ਵਸੀਲੇ ਪਰਮੇਸ਼ਰ ਨੇ ਹਰ ਇੱਕ ਨੂੰ ਬਣਾਇਆ। ਤਾਂ ਉਸ ਸ਼ਬਦ ਨੇ ਇਸ ਧਰਤੀ ਤੇ ਆ ਕੇ ਸਾਨੂੰ ਉਹ ਗੱਲਾਂ ਸਿਖਾਈਆਂ ਜੋ ਉਹਨੇ ਪਿਤਾ ਪਰਮੇਸ਼ਰ ਤੋਂ ਸਿੱਖੀਆਂ। ਤੇ ਜੇ ਅਸੀਂ ਪਿਤਾ ਪਰਮੇਸ਼ਰ ਦੀਆਂ ਗੱਲਾਂ ਸੁਣਨ ਦੇ ਬਾਅਦ ਵੀ ਅਪਰਾਧ ਕਰਦੇ ਹਾਂ, ਜਦੋਂ ਸਾਨੂੰ ਪਰਮੇਸ਼ਰ ਨੇ ਨਰਕ ਦੇ ਖੱਡੇ ਚੋਂ ਬਾਹਰ ਕੱਢ ਲਿਆਂਦਾ, ਸਾਨੂੰ ਧੋ ਦਿੱਤਾ, ਸਾਫ਼ ਕਰ ਦਿੱਤਾ, ਪਵਿੱਤਰ ਕਰ ਦਿੱਤਾ, ਉਸ ਤੋਂ ਬਾਅਦ ਅਸੀਂ ਪਰਮੇਸ਼ਰ ਤੋਂ ਭਟਕ ਕੇ ਦੂਜੇ ਰਾਹਾਂ ਤੇ ਚਲੇ ਜਾਂਦੇ ਹਾਂ, ਤਾਂ ਫਿਰ ਪਰਮੇਸ਼ਰ ਦਾ ਵਚਨ ਸਾਡੇ ਤੇ ਕ੍ਰੋਧ ਦੇ ਰੂਪ ਚ ਆਏਗਾ। ਯੀਸ਼ੂ ਮਸੀਹ ਸੰਸਾਰ ਦੇ ਲਈ ਇੱਕ ਕਿਰਪਾ ਬਣ ਕੇ ਆਇਆ, ਦੱਬੇ ਕੁਚਲੇ ਛੱਡੇ ਤਿਆਗਿਆਂ ਉਹਨੇ ਚੁਣਿਆ ਅਤੇ ਸਾਫ਼ ਕਰਕੇ ਉਹਨੇ ਸੰਸਾਰ ਦੇ ਵਿੱਚ ਅਜਿਹੇ ਹੀਰੇ ਦੀ ਤਰ੍ਹਾਂ ਚਮਕਾਇਆ ਕਿ ਉਹ ਲੋਕ ਉਹਨਾਂ ਨੂੰ ਵੇਖਣ ਅਤੇ ਜਾਣਨ ਕਿ ਸੱਚਮੁੱਚ ਉਹ ਲੋਕ ਆ ਜਿਨ੍ਹਾਂ ਨੂੰ ਅਸੀਂ ਛੱਡਿਆ ਸੀ, ਤਿਆਗਿਆ ਸੀ, ਕੁਚਲ ਦਿੱਤਾ ਸੀਗਾ। ਤਾਂ ਪਰਮੇਸ਼ਰ ਨੇ ਇੱਕ ਜਦ ਹੀਰੇ ਦੀ ਤਰ੍ਹਾਂ ਸਾਨੂੰ ਚਮਕਾ ਦਿੱਤਾ, ਤੇ ਜਦੋਂ ਅਸੀਂ ਹੀਰੇ ਬਣ ਗਏ, ਸਾਡੇ 'ਚ ਹੰਕਾਰ ਆ ਗਿਆ ਕਿ ਬਸ ਅਸੀਂ ਹਾਂ, ਜੋ ਕੀਤਾ ਅਸੀਂ ਕੀਤਾ, ਪਰਮੇਸ਼ਰ ਸਾਡੇ ਵਿੱਚ ਕਰਨ ਵਾਲਾ ਨਹੀਂ ਸੀ। ਜਿਹੜੇ ਅਜਿਹੇ ਹੋਣਗੇ ਉਹਨਾਂ ਦੇ ਲਈ ਪਰਮੇਸ਼ਰ ਦਾ ਕੀ ਵਚਨ ਹੈ, ਉਹ ਜਾਣਨ ਦੇ ਲਈ ਅਸੀਂ ਵਚਨ 'ਚੋਂ ਪੜਾਂਗੇ। ਲੂਕਾ 19 ਉਹਦੀ 42 ਤੋਂ ਲੈ ਕੇ 44 ਨੰਬਰ ਆਈ ਤੱਕ। ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁਕੀਆਂ ਹੋਈਆਂ ਹਨ, ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਦ ਤੇਰੇ ਵੈਰੀ ਤੇਰੇ ਵਿਰੁੱਧ ਮੋਰਚਾ ਬੰਨਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚਾਰੋਂ ਪਾਸੋਂ ਤੈਨੂੰ ਦੱਬਣਗੇ ਅਤੇ ਤੇਰੇ ਬੱਚਿਆਂ ਸਮੇਤ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਤੇ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਿਆ ਜਾਏਗਾ, ਕਿਉਂ ਜੋ ਤੂੰ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ। ਹਾਲੇਲੂਇਆ। ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ? ਕਹਿੰਦਾ ਪਰਮੇਸ਼ਰ ਦਾ ਚੁਣਾਵ ਤੁਸੀਂ ਜਾਣਿਆ ਕਿ ਉਹਨੇ ਕਿੰਨੇ ਅਨੋਖੇ ਤਰੀਕੇ ਦੇ ਨਾਲ, ਕਿੰਨੇ ਵਧੀਆ ਤਰੀਕੇ ਦੇ ਨਾਲ ਸਾਨੂੰ ਤਿਆਗਿਆ ਹੋਇਆਂ ਨੂੰ ਚੁਣਿਆ। ਪਰ ਜਦੋਂ ਅਸੀਂ ਤਿਆਗੇ ਹੋਏ ਆਪਣੇ ਛੁਟਕਾਰੇ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਉਦੋਂ ਅਸੀਂ ਪਰਮੇਸ਼ਰ ਦੇ ਵਚਨ ਤੋਂ ਭਟਕ ਜਾਂਦੇ ਹਾਂ। ਚੰਗਿਆਈ ਲੈਣ ਤੋਂ ਬਾਅਦ ਸਾਰੇ ਭਟਕ ਜਾਂਦੇ ਆ। ਇਜ਼ਰਾਈਲ ਕਿਸ ਤਰ੍ਹਾਂ ਰੋਂਦਾ ਸੀ ਜਦੋਂ ਮਿਸਰ ਦੇ ਵਿੱਚ ਉਹਨੂੰ ਕੁੱਟਿਆ ਜਾਂਦਾ ਸੀ, ਉਹਨਾਂ ਦੇ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਸੀ, ਉਹਨਾਂ ਨੂੰ ਗੁਲਾਮ ਰੱਖਿਆ ਜਾਂਦਾ ਸੀ, ਬੇਹੱਦ ਮਿਹਨਤ ਉਹਨਾਂ ਤੋਂ ਕਰਾਈ ਜਾਂਦੀ ਸੀ। ਜਦੋਂ ਯਹੋਵਾ ਪਰਮੇਸ਼ਰ ਉਹਨਾਂ ਨੂੰ ਉਸ ਗੁਲਾਮੀ ਚੋਂ ਕੱਢ ਲਿਆਇਆ ਤੇ ਜਿੱਥੇ ਉਹ ਵਿਹਲੇ ਬੈਠੇ ਖਾਂਦੇ ਸੀ, ਆਕਾਸ਼ ਤੋਂ ਮੰਨਾ ਆਉਂਦਾ ਸੀ, ਖਾਂਦੇ ਸੀ, ਲੇਟ ਜਾਂਦੇ ਸੀਗੇ, ਫਿਰ ਆਉਂਦਾ ਸੀ, ਖਾਂਦੇ ਸੀ, ਫਿਰ ਸੋ ਜਾਂਦੇ ਸੀ, ਆਰਾਮ ਕਰਦੇ ਸੀ, ਸਾਰਾ ਦਿਨ ਵਿਹਲੇ ਪਏ ਰਹਿੰਦੇ ਸੀ,
ਉੱਥੇ ਜਾ ਕੇ ਉਹਨਾਂ ਨੇ ਪਰਮੇਸ਼ਰ ਦੇ ਖਿਲਾਫ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਕਿਉਂਕਿ ਉਹ ਆਪਣਾ ਦੁੱਖ ਦਾ ਵੇਲਾ ਭੁੱਲ ਗਏ ਸੀ। ਨਾ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਸੀ, ਨਾ ਪਕਾਉਣਾ ਪੈਂਦਾ ਸੀ, ਨਾ ਬੀਜਣਾ ਪੈਂਦਾ ਸੀ, ਨਾ ਵੱਢਣਾ ਪੈਂਦਾ ਸੀ। ਆਕਾਸ਼ ਤੋਂ ਆਉਂਦਾ ਸੀ, ਖਾ ਲੈਂਦੇ ਸੀ, ਫਿਰ ਵਿਹਲੇ ਰਹਿੰਦੇ ਸੀ। ਪਰ ਉਸ ਵੇਲੇ ਉਹ ਆਪਣੀ ਗੁਲਾਮੀ ਦਾ ਸਮਾਂ ਭੁੱਲ ਕੇ ਪਰਮੇਸ਼ਰ ਦੇ ਖਿਲਾਫ ਹੋ ਗਏ ਕਿ ਪ੍ਰਭੂ ਸਾਨੂੰ ਤੋਰੀ ਫਿਰਦਾ ਆ ਉਜਾੜ ਦੇ ਵਿੱਚ, ਕਦੇ ਇੱਥੇ ਅਸੀਂ ਟਿਕ ਨਹੀਂ ਪਾ ਰਹੇ। ਜਿੱਥੇ ਉਹਨਾਂ ਦੇ ਸਿਰ ਤੇ ਛੱਤ ਸੀ ਉੱਥੇ ਉਹਨਾਂ ਕੋਲੇ ਆਰਾਮ ਨਹੀਂ ਸੀ, ਉੱਥੇ ਉਹ ਗੁਲਾਮੀ 'ਚ ਸੀ। ਪਰ ਜਦੋਂ ਪਰਮੇਸ਼ਰ ਉਹਨਾਂ ਨੂੰ ਲੈ ਆਇਆ ਉਸ ਗੁਲਾਮੀ 'ਚੋਂ ਕੱਢ ਕੇ, ਭਾਵੇਂ ਉਹ ਉਜਾੜ 'ਚ ਫਿਰਦੇ ਸੀ ਪਰ ਐਟਲੀਸਟ ਉਹਨਾਂ ਦੇ ਮਨਾਂ 'ਚ ਸ਼ਾਂਤੀ ਸੀ, ਉਹ ਪਰਿਵਾਰ ਆਪਸ 'ਚ ਖੁਸ਼ ਸੀ। ਇਸੇ ਤਰ੍ਹਾਂ ਜਦੋਂ ਅਸੀਂ ਪੁਰਾਣੀ ਜ਼ਿੰਦਗੀ 'ਚ ਸੀਗੇ ਉਦੋਂ ਸਾਨੂੰ ਸੱਚ ਦਾ ਰਾਹ ਵੀ ਨਹੀਂ ਸੀ ਪਤਾ। ਉਦੋਂ ਕਹਿੰਦੇ ਸੀ ਕਿ ਇੱਕ ਵਾਰੀ ਸੱਚਾ ਪਰਮੇਸ਼ਰ ਸਾਨੂੰ ਮਿਲ ਜੇ, ਸਾਨੂੰ ਲੱਭ ਜਾਵੇ। ਪ੍ਰਭੂ ਕਿੱਥੇ ਆ? ਪਰਮੇਸ਼ਰ ਕੌਣ ਆ? ਆਖਰ ਇਸ ਦੁਨੀਆ ਨੂੰ ਚਲਾਉਣ ਵਾਲਾ ਕੌਣ ਆ ਜਿਹਦੇ ਦਰਬਾਰ 'ਚ ਅਸੀਂ ਦੁਹਾਈ ਦਈਏ ਤੇ ਉਹ ਸੁਣੇ। ਹੁਣ ਅੱਜ ਸਾਨੂੰ ਉਹ ਮਿਲ ਗਿਆ ਆ, ਪਰ ਅਸੀਂ ਉਹਦੀਆਂ ਸ਼ਾਂਤੀ ਦੀਆਂ ਗੱਲਾਂ ਨੂੰ ਸੁਣਦੇ ਨਹੀਂ ਆ। ਅਸੀਂ ਅੱਜ ਵੀ ਉਸੇ ਬਾਬਿਆਂ ਵਾਲੀ ਸੋਚ 'ਚ ਆ ਕਿ ਬਾਬਿਆਂ ਦੇ ਜਾਵਾਂਗੇ, ਥੌਲਾ ਪਵਾ ਕੇ ਆ ਜਾਵਾਂਗੇ ਤੇ ਅਸੀਂ ਠੀਕ ਹੋ ਜਾਵਾਂਗੇ, ਚੌਂਕੀ ਭਰਾਂਗੇ ਤਾਂ ਠੀਕ ਹੋ ਜਾਵਾਂਗੇ, ਨਹੀਂ ਤਾਂ ਘਰੇ ਬੈਠੇ ਕੁਛ ਨਹੀਂ ਹੋ ਸਕਦਾ। ਜੋ ਵੀ ਕਰੇਗਾ ਬਾਬਾ ਹੀ ਸਾਡੇ ਲਈ ਕਰੇਗਾ। ਪਰ ਇਸ ਸੋਚ ਦੇ ਵਿੱਚੋਂ ਜਿਹੜੇ ਨਹੀਂ ਨਿਕਲ ਪਾਉਂਦੇ, ਵਚਨ ਸਾਨੂੰ ਦੱਸਦਾ, ਕਹਿੰਦਾ ਕਿ ਕਾਸ਼ ਤੁਸੀਂ ਸ਼ਾਂਤੀ ਦੀਆਂ ਗੱਲਾਂ ਨੂੰ ਜਾਣ ਲੈਂਦੇ, ਪਰ ਤੁਸੀਂ ਕਹਿੰਦਾ ਉਹਨਾਂ ਤੋਂ ਆਪਦੀਆਂ ਅੱਖਾਂ ਬੰਦ ਕਰ ਲਈਆਂ। ਉਹ ਗੱਲਾਂ ਤੁਹਾਡੇ ਤੋਂ ਲੁਕੀਆਂ ਹੋਈਆਂ ਆ। ਤੁਸੀਂ ਮੇਰੇ ਤੱਕ ਪਹੁੰਚ ਤਾਂ ਗਏ ਆ ਕਿਉਂਕਿ ਮੈਂ ਤੁਹਾਨੂੰ ਚੁਣ ਲਿਆ। ਵਚਨ ਕਹਿੰਦਾ ਤੁਸੀਂ ਮੈਨੂੰ ਨਹੀਂ ਚੁਣਿਆ, ਮੈਂ ਤੁਹਾਨੂੰ ਚੁਣਿਆ। ਜਦ ਸਾਡੇ ਪਰਮੇਸ਼ਰ ਨੇ ਸਾਨੂੰ ਆਪਣੀ ਸੰਤਾਨ ਹੋਣ ਦੇ ਲਈ ਚੁਣ ਲਿਆ, ਪਰ ਅਸੀਂ ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਲਾਇਆ। ਜਦੋਂ ਸਾਨੂੰ ਪਰਮੇਸ਼ਰ ਨੇ ਮਾੜਿਆਂ ਨੂੰ, ਪਾਪੀਆਂ ਨੂੰ ਚੁਣ ਲਿਆ ਤੇ ਅਸੀਂ ਕੀ ਕਹਿੰਦੇ ਆ? ਸਾਨੂੰ ਉਹ ਚਾਹੀਦਾ ਜਿਹੜਾ ਸੈਟਲ ਹੋਵੇ, ਸਾਨੂੰ ਸੈਟਲ ਕਰਨਾ ਨਾ ਪਵੇ। ਸਾਨੂੰ ਅਮੀਰ ਚਾਹੀਦਾ, ਗਰੀਬ ਨਹੀਂ ਚਾਹੀਦਾ। ਕਿਤੇ ਅਜਿਹਾ ਨਾ ਹੋਵੇ ਕਿ ਸਾਨੂੰ ਉਹਨੂੰ ਅਮੀਰ ਬਣਾਉਣਾ ਪੈ ਜਾਵੇ। ਕੀ ਪਰਮੇਸ਼ਰ ਨੇ ਇਹ ਗੱਲ ਕਿਹਾ ਸੀ ਕਿ ਮੈਨੂੰ ਤਾਂ ਧਰਮੀ ਹੀ ਚਾਹੀਦੇ ਜਿਹੜਾ ਮੇਰਾ ਨਾਮ ਲਵੇ? ਜਿਹੜੇ ਮੇਰੇ ਨਾਮ ਨੂੰ ਜਾਣਦੇ ਹੀ ਨਹੀਂ, ਮੈਂ ਉਹਨਾਂ ਤੋਂ ਕੀ ਲੈਣਾ? ਅਗਰ ਪ੍ਰਭੂ ਦੀ ਇਹ ਸੋਚ ਹੁੰਦੀ ਤਾਂ ਅਸੀਂ ਅੱਜ ਸਭ ਦੇ ਸਭ ਹੀ ਨਰਕ ਦੇ ਖੱਡੇ ਦੇ ਵਿੱਚ ਹੀ ਰਹਿੰਦੇ, ਵਹਿਮਾਂ ਭਰਮਾਂ 'ਚ ਹੀ ਫਸੇ ਰਹਿੰਦੇ ਤੇ ਉਹਨਾਂ ਗੱਲਾਂ ਦੇ ਵਿੱਚ ਹੀ ਮਰ ਜਾਂਦੇ। ਨਾ ਸ਼ਿਫਾ, ਨਾ ਛੁਟਕਾਰਾ, ਨਾ ਮੁਕਤੀ, ਨਾ ਨਰਕ, ਨਾ ਸਵਰਗ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਭੇਤਾਂ ਤੋਂ ਲੁਕੋਏ ਹੀ ਰਹਿ ਜਾਂਦੇ। ਪਰ ਉਸ ਪਰਮੇਸ਼ਰ ਨੇ ਸਾਨੂੰ ਉਸ ਖੱਡੇ 'ਚੋਂ ਬਾਹਰ ਕੱਢਿਆ, ਸਾਨੂੰ ਗਿਆਨ ਦੀਆਂ ਗੱਲਾਂ ਦੱਸੀਆਂ, ਅਸੀਂ ਸੁਣੀਆਂ ਪਰ ਛੱਡ ਦਿੱਤੀਆਂ, ਅਸੀਂ ਮੰਨੀਆਂ ਨਹੀਂ। ਕਹਿੰਦਾ ਦੇਖੋ ਉਹਨਾਂ ਦੇ ਲਈ ਇਹ ਵਚਨ ਆ ਜਿਹੜੇ ਪ੍ਰਭੂ ਦੇ ਚੁਣਾਵ ਤੋਂ ਬਾਅਦ ਚੰਗਿਆਈ ਲੈ ਕੇ, ਸ਼ਿਫਾ ਲੈ ਕੇ, ਜਦੋਂ ਬਾਅਦ 'ਚ ਥੋੜ੍ਹੀਆਂ ਬਹੁਤ ਪ੍ਰੋਬਲਮ ਆਉਂਦੀਆਂ ਉਹਦੇ ਵਿੱਚ ਇਹ ਕਹਿਣ ਲੱਗ ਜਾਂਦੇ ਵੀ ਮਸੀਹ ਦੇ ਵਿੱਚ ਆ ਕੇ ਵੀ ਸਾਨੂੰ ਕੋਈ ਫਾਇਦਾ ਨਹੀਂ ਹੋਇਆ। ਅਸੀਂ ਚਰਚ ਜਾਂਦੇ, ਪ੍ਰਾਰਥਨਾ ਕਰਦੇ, ਪਰ ਸਾਡੇ ਰੋਗ ਨਹੀਂ ਹਜੇ ਤੱਕ ਟੁੱਟੇ। ਪ੍ਰਭੂ ਕਹਿੰਦਾ ਜਿਹੜੇ ਮੇਰੇ ਤੇ ਦੋਸ਼ ਲਗਾਉਂਦੇ ਆ ਉਹਨਾਂ ਦੇ ਲਈ ਇਹ ਵਚਨ ਆ। ਕਹਿੰਦਾ ਵੇਖੋ ਉਹ ਦਿਨ ਆਉਣਗੇ ਜਦੋਂ ਤੁਹਾਡੇ ਵੈਰੀ ਤੁਹਾਡੇ ਤੇ ਮੋਰਚਾ ਬੰਨਣਗੇ ਤੇ ਤੁਹਾਨੂੰ ਚਾਰੇ ਪਾਸੋਂ ਦੱਬ ਲੈਣਗੇ। ਜਿਨ੍ਹਾਂ ਦੇ ਵਿੱਚ ਅਵਿਸ਼ਵਾਸ ਆ, ਜਿਹੜੇ ਪਰਮੇਸ਼ਰ ਤੇ ਦੋਸ਼ ਲਗਾਉਂਦੇ ਆ, ਜਿਨ੍ਹਾਂ ਨੂੰ ਪ੍ਰਭੂ ਨੇ ਚੁਣ ਤਾਂ ਲਿਆ ਆ ਪਰ ਉਹ ਇਸ ਚੀਜ਼ ਨੂੰ ਸਮਝ ਨਹੀਂ ਪਾ ਰਹੇ ਕਿ ਅਸੀਂ ਕਿੱਥੋਂ ਕੱਢੇ ਗਏ ਔਰ ਕਿੱਥੇ ਬਿਠਾ ਦਿੱਤੇ ਗਏ ਆ। ਕਹਿੰਦਾ ਉਹਨਾਂ ਨੂੰ ਪ੍ਰਭੂ ਦਾ ਵਚਨ ਹੈ ਕਿ ਤੁਸੀਂ ਮੇਰੇ ਵਚਨਾਂ ਨੂੰ ਸੁਣਿਆ ਪਰ ਆਪਣੀਆਂ ਕੰਨਾਂ ਦੇ ਵਿੱਚੋਂ ਬਾਹਰ ਕੱਢ ਦਿੱਤਾ। ਕਹਿੰਦਾ ਆਪਣੇ ਦਿਲ ਦੇ ਵਿੱਚ ਜਮ੍ਹਾਂ ਨਹੀਂ ਕੀਤਾ। ਤੁਹਾਡੀਆਂ ਅੱਖਾਂ ਨੇ ਵੇਖਿਆ ਜ਼ਰੂਰ ਪਰ ਤੁਹਾਡੇ ਮਨਾਂ ਦੇ ਵਿੱਚ ਉਹਨੇ ਘਰ ਨਹੀਂ ਕੀਤਾ। ਤੁਸੀਂ ਸੁਣਿਆ ਪਰ ਤੁਹਾਡਾ ਵਚਨ ਬੀਜਿਆ ਨਹੀਂ ਗਿਆ, ਉਸੇ ਸਮੇਂ ਚੋਰੀ ਕਰ ਲਿਆ ਗਿਆ। ਤਾਂ ਕਹਿੰਦਾ ਅੱਜ ਤੁਸੀਂ ਸੁਣੋ, ਇੱਕ ਦਿਨ ਅਜਿਹਾ ਆਵੇਗਾ ਕਿ ਤੁਹਾਡੇ ਵੈਰੀ ਤੁਹਾਨੂੰ ਘੇਰ ਲੈਣਗੇ, ਚਾਰੇ ਪਾਸੋਂ ਕਹਿੰਦਾ ਤੁਹਾਨੂੰ ਘੇਰਾ ਪਾ ਲੈਣਗੇ। ਪ੍ਰੋਬਲਮਸ, ਬਿਮਾਰੀਆਂ, ਪਰੇਸ਼ਾਨੀਆਂ, ਸ਼ੈਤਾਨੀ ਅਟੈਕ, ਹਮਲੇ ਤੁਹਾਡੇ ਤੇ ਹੋਣੇ ਸ਼ੁਰੂ ਹੋ ਜਾਣਗੇ। ਸਿਰਫ ਤੁਸੀਂ ਨਹੀਂ, ਕਹਿੰਦਾ ਤੁਹਾਡੇ ਬੱਚੇ ਵੀ ਧਰਤੀ ਦੇ ਉੱਤੇ ਪਟਕ ਦਿੱਤੇ ਜਾਣਗੇ। ਕਹਿੰਦਾ ਅਜਿਹਾ ਹੋਵੇਗਾ ਕਿ ਪੱਥਰ ਦੇ ਉੱਤੇ ਪੱਥਰ ਨਹੀਂ ਛੱਡਿਆ ਜਾਵੇਗਾ ਕਿਉਂਕਿ ਤੁਸੀਂ ਪਰਮੇਸ਼ਰ ਦੇ ਭਲਾਈ ਦੇ ਮੌਕੇ ਨੂੰ ਨਹੀਂ ਜਾਣਿਆ। ਹਾਲੇਲੂਇਆ। ਜਦੋਂ ਪ੍ਰਭੂ ਨੇ ਸਾਨੂੰ ਚੁਣ ਲਿਆ, ਉਹਨੇ ਆਪਣੀ ਭਲਾਈ ਸਾਨੂੰ ਵਿਖਾਈ ਪਰ ਅਸੀਂ ਫਿਰ ਵੀ ਉਹਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਕਹਿੰਦਾ ਤੁਸੀਂ ਉਸ ਪਰਮੇਸ਼ਰ ਦੇ ਭਲਾਈ ਦੇ ਮੌਕੇ ਨੂੰ ਗਵਾ ਲਿਆ, ਤੁਸੀਂ ਉਹਨੂੰ ਆਪਣੇ ਹੱਥੋਂ ਜਾਣ ਦਿੱਤਾ। ਜਦੋਂ ਚੰਗਿਆਈ ਦਾ ਵਚਨ ਤੁਹਾਡੇ ਕੋਲੇ ਆਇਆ ਤੁਸੀਂ ਉਹਨੂੰ ਸੁਣਿਆ ਪਰ ਗ੍ਰਹਿਣ ਨਹੀਂ ਕੀਤਾ, ਉਹਨੂੰ ਛੱਡ ਦਿੱਤਾ ਤੇ ਤੁਸੀਂ ਆਪਣੀ ਚੰਗਿਆਈ ਨੂੰ ਗਵਾ ਲਿਆ। ਹੁਣ ਕਹਿੰਦਾ ਜਿਹੜੇ ਨੂੰ ਮੈਂ ਚੁਣਿਆ ਸੀ ਪਰ ਉਹਨਾਂ ਨੇ ਮੇਰੇ ਵਚਨ ਨੂੰ ਨਾ ਸੁਣਿਆ ਤੇ ਤਿਆਗ ਦਿੱਤਾ, ਕਹਿੰਦਾ ਉਹਨਾਂ ਸਾਰਿਆਂ ਦੇ ਉੱਤੇ ਅਜਿਹੇ ਹਮਲੇ ਹੋਣਗੇ ਕਿ ਉਹ ਕਹਿੰਦਾ ਦੱਬੇ ਜਾਣਗੇ, ਨਾਸ਼ ਕਰ ਦਿੱਤੇ ਜਾਣਗੇ, ਖਤਮ ਕਰ ਦਿੱਤੇ ਜਾਣਗੇ। ਸਿਰਫ ਉਹ ਨਹੀਂ, ਉਹਨਾਂ ਦੇ ਪੂਰੇ ਘਰਾਣੇ, ਉਹਨਾਂ ਦੇ ਬੱਚੇ ਧਰਤੀ ਦੇ ਵਿੱਚ ਮਿਲਾ ਦਿੱਤੇ ਜਾਣਗੇ ਔਰ ਪੱਥਰ ਤੇ ਪੱਥਰ ਮਤਲਬ ਘਰ, ਬਿਲਡਿੰਗਾਂ, ਇਮਾਰਤਾਂ ਕੁਝ ਵੀ ਨਹੀਂ ਛੱਡਿਆ ਜਾਵੇਗਾ। ਕਹਿੰਦਾ ਸਭ ਦਾ ਸਭ ਨਾਸ਼ ਹੋ ਜਾਵੇਗਾ ਕਿਉਂਕਿ ਉਹਨਾਂ ਨੇ ਪ੍ਰਭੂ ਦੇ ਵਚਨ ਨੂੰ ਸੁਣ ਕੇ ਵੀ ਅਣਸੁਣਿਆ ਕੀਤਾ। ਹਾਲੇਲੂਇਆ। ਨੈਕਸਟ ਵਚਨ 'ਚੋਂ ਦੇਖਾਂਗੇ ਮਤੀ 23:37 ਨੰਬਰ ਆਇਤ ਨੂੰ। ਹੇ ਯਰੂਸ਼ਲਮ, ਯਰੂਸ਼ਲਮ ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈ ਅਤੇ ਉਹਨਾਂ ਨੂੰ ਜਿਹੜੇ ਤੇਰੇ ਕੋਲ ਭੇਜੇ ਗਏ ਪਥਰਾਵ ਕਰਦਾ ਹੈ,
मैं किन्नी वारी चाहया जो तेरे बच्चों नूं उसे तरह इकट्ठिया करा जिस तरह मुर्गी अपने बच्चों नूं खंभा दे हेठा इकट्ठिया करदी है, पर तुसीं ना चाहया। हालेलुया। परमेश्वर का वचन सानू की कहता, कहता वेखो मैं थानू चुनिया, थानू चुन के साफ करके धो के शुद्ध करके नविया कर दिता, तुहाडे सारे पिछले पापां तो मैं थानू फ्री कर दिता। कहता पर तुसी मेरे खिलाफ हो गए, खिलाफ हो के तुसी मेरे वचनों नू छड्ड दिता, तुसी मेरे खिलाफ बोलना शुरू कर दिता। जिहड़ी चंगियाई थानू मिली आ, कहंदा तुसी ओनू तुछ जाणिया अते ओनू मजाक ठट्ठियां दे विच गुजार दिता। तुसी जिहड़ी जिंदगी कहंदा मैं थानू दित्ती शुद्ध पवित्र करके फिर तो अपनियां कामनावां दे विच इहनू ला दित्ती, पर तुसी मेरा धन्नवाद ना कीता। तुसी मेरे राह तो भटक गए, मेरे नां नू भुला दिता, मेरियां चंगियाईयां नू भुला दिता। कहंदा वेख मैं किन्ने नबी तेरे कोले भेजे तां जो तेरे तक चंगियाई दा वचन फिर तो भेजा जावे। भावें तू मैनू छड्डिया पर फिर भी कहंदा मैं नबियां नू तेरे कोले भेजिया, पर तुसी उन्हां नू भी कतल करा दिता। किन्ने नबी परमेश्वर दे जो मारे गए, गड्ढे गए अते उन्हां दा नाश कर दिता गया। कहंदा क्योंकि तुसी चंगियाई दा वचन सुनना पसंद ही नहीं किता। कहंदा फिर भी मैं बहुत बार चाहया कि मैं मुर्गी जिद्दां अपने बच्चों नू खंभा हेठा इकट्ठे करदी उसे तरह तुहानू फिर तो इकट्ठिया करा। कहंदा पर तुसी इस काम नू तुसी पसंद ही नहीं किता और तुसी चाहया कि असी जो करांगे वो भला होएगा। तुसी परमेश्वर दी मर्जी नू नहीं मंगिया पर अपनी मर्जी नू मंगना जरूरी समझिया। तो ਜਿਹੜੇ अपनी मर्जी ਨੂੰ ਮੰਗਦੇ ਨੇ ਉਹ ਇਹ ਗੱਲ ਨੂੰ ਜਾਣ ਲੈਣ ਕਿ ਜੋ ਆਪਾਂ ਪਹਿਲੇ ਵਚਨ 'ਚੋਂ ਜਾਣਿਆ ਸੀ ਕਿ ਪਰਮੇਸ਼ਰ ਉਹ ਚੁਣਦੇ ਆ ਜੋ ਲੋਕਾਂ ਵੱਲੋਂ ਤਿਆਗਿਆ ਹੁੰਦਾ, ਪਰ ਲੋਕ ਉਹਨੂੰ ਚੁਣਦੇ ਆ ਜੋ ਸੰਸਾਰ ਦੇ ਵਿੱਚ ਵਾਹ-ਵਾਹ ਇਕੱਠੀ ਕਰਦਾ ਆ। पर ਜਿਹੜਾ ਜਿਹਦੇ ਪਿੱਛੇ ਅਸੀਂ ਭੱਜਦੇ ਆ ਉਹ ਸਾਨੂੰ ਨਹੀਂ ਭੱਜਦਾ, ਨਾ ਸਾਨੂੰ ਪਸੰਦ ਕਰਦਾ, ਉਹ ਸਾਡੇ ਤੋਂ ਕੰਨੀ ਕਰਦਾ ਔਰ ਸਾਡੇ ਤੋਂ ਨਫ਼ਰਤ ਕਰਦਾ। ਇਹ ਸੰਸਾਰ ਦਾ ਰੂਲ ਆ। ਪਰ ਪਰਮੇਸ਼ਰ ਦੇ ਪਿੱਛੇ ਜਦ ਅਸੀਂ ਭੱਜਾਂਗੇ ਤਾਂ ਪਰਮੇਸ਼ਰ ਸਾਡੇ ਤੋਂ ਨਫ਼ਰਤ ਨਹੀਂ ਕਰੇਗਾ, ਸਾਡਾ ਹੱਥ ਫੜੇਗਾ ਔਰ ਆਪਣੇ ਨਾਲ ਸਾਨੂੰ ਉਸ ਦੇਸ਼ 'ਚ ਲੈ ਜਾਵੇਗਾ ਜਿਸ ਦੇਸ਼ ਨੂੰ ਉਹਨੇ ਸਾਡੇ ਲਈ ਬਣਾਇਆ ਆ। ਉਹ ਭਲਾਈ ਦਾ, ਉਹ ਚੰਗਿਆਈ ਦਾ ਵਚਨ ਸਾਡੇ ਲਈ ਭੇਜੇਗਾ, ਜਿਸ ਚੰਗਿਆਈ ਦੇ ਵਚਨ ਨੂੰ ਉਹਨੇ ਸਾਡੇ ਲਈ ਲਿਖਿਆ ਆ, ਸਾਡੇ ਲਈ ਭੇਜਿਆ ਆ। ਹਾਲੇਲੂਇਆ। ਇਸ ਲਈ ਸੰਸਾਰਿਕ ਚਾਲ ਨਾ ਚੱਲੋ। ਜਦੋਂ ਪਰਮੇਸ਼ਰ ਨੇ ਤੁਹਾਨੂੰ ਚੁਣ ਲਿਆ ਸੱਚਮੁੱਚ ਅਸੀਂ ਧੰਨ ਆ, ਕਿਉਂਕਿ ਅਸੀਂ ਦੁੱਖਾਂ ਪਰੇਸ਼ਾਨੀਆਂ ਮੁਸੀਬਤਾਂ ਦੇ ਵਿੱਚ ਮਰ ਰਹੇ ਸੀ, ਜਿੱਥੋਂ ਪਰਮੇਸ਼ਰ ਨੇ ਸਾਨੂੰ ਜਿਉਣ ਦੇ ਵਿੱਚ ਲੈ ਆਂਦਾ ਅਤੇ ਉਹ ਸਾਨੂੰ ਇੱਕ ਹੋਰ ਜੀਵਨ ਦੇਣ ਦੇ ਲਈ ਤਿਆਰ ਆ ਜਿਹੜਾ ਸਾਨੂੰ ਮਿਲੇਗਾ ਔਰ ਉਦੋਂ ਬਾਅਦ ਕਦੇ ਮੌਤ ਨਾ ਹੋਵੇਗੀ। ਪਰ ਉਹ ਮਿਲੇਗਾ ਉਹਨਾਂ ਨੂੰ ਜਿਹੜੇ ਪਰਮੇਸ਼ਰ ਦੀ ਚੋਣ ਤੋਂ ਬਾਅਦ, ਪਰਮੇਸ਼ਰ ਦੇ ਚੁਣੇ ਜਾਣ ਤੋਂ ਬਾਅਦ ਸੰਸਾਰ ਵੱਲੋਂ ਤੌਬਾ ਕਰਕੇ ਪਰਮੇਸ਼ਰ ਦੇ ਹੋ ਜਾਣਗੇ। ਪਰ ਜਿਹੜੇ ਪਰਮੇਸ਼ਰ ਦੇ ਚੁਣਾਵ ਨੂੰ ਝੂਠਾ ਸਾਬਿਤ ਕਰਨਗੇ ਔਰ ਆਪਣੀ ਸੋਚ ਦੇ ਹਿਸਾਬ ਨਾਲ ਚੱਲਣਗੇ, ਉਹ ਸਭ ਦੇ ਸਭ ਪਰਮੇਸ਼ਰ ਦੇ ਕ੍ਰੋਧ ਦੇ ਹਿੱਸੇਦਾਰ ਹੋਣਗੇ। ਤਾਂ ਆਓ ਅੱਜ ਆਪਾਂ ਸਾਰੇ ਮਿਲ ਕੇ ਅੱਜ ਦੇ ਨਾਲ ਖਾਸ ਵਚਨਾਂ ਦੇ ਲਈ, ਗਲਤੀਆਂ ਗੁਨਾਹਾਂ ਤੋਂ ਤੌਬਾ ਦੇ ਲਈ, ਪਰਮੇਸ਼ਰ ਦੀ ਕਿਰਪਾ ਦੇ ਧੰਨਵਾਦ ਦੇ ਲਈ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ, 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ, ਸੈਨਾ ਦੇ ਪ੍ਰਭੂ ਯਹੋਵਾ, ਤੁਹਾਡੀ ਪਵਿੱਤਰ ਹਜ਼ੂਰੀ ਅੱਗੇ ਝੁਕਦੇ ਹਾਂ ਪ੍ਰਭੂ ਜੀ। ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਖੁਦਾਵੰਦ ਅੱਜ ਦੀ ਸਵੇਰ ਦੇ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਅੱਜ ਦੇ ਖਾਸ ਦਿਨ ਦੇ ਲਈ ਪਿਤਾ, ਅੱਜ ਦੇ ਇਹਨਾਂ ਅਨਮੋਲ ਸਾਹਾਂ ਦੇ ਲਈ ਪ੍ਰਭੂ ਜੀ ਕਿ ਰਾਤ ਭਰ ਦੇ ਵਿੱਚ ਤੁਸੀਂ ਸਾਨੂੰ ਸੰਭਾਲਿਆ ਪਿਤਾ ਪਰਮੇਸ਼ਰ। ਤੁਹਾਡੇ ਦੂਤਾਂ ਨੇ ਸਾਡੀ ਰਕਸ਼ਾ ਹਿਫਾਜ਼ਤ ਕੀਤੀ, ਮਿੱਠੀ ਪਿਆਰੀ ਨੀਂਦ ਦਿੱਤੀ ਖੁਦਾਵੰਦ, ਔਰ ਅੱਜ ਦੀ ਸਵੇਰ ਸਾਡੀ ਜ਼ਿੰਦਗੀਆਂ 'ਚ ਲੈ ਕੇ ਆਂਦੀ ਪਰਮੇਸ਼ਰ ਪਤਾ। ਅੱਜ ਦੀ ਸਵੇਰ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹੋਏ ਖੁਦਾਵੰਦ, ਸੱਚਮੁੱਚ ਸ਼ੁਕਰ ਕਰਦੇ ਹਾਂ ਅੱਜ ਦੇ ਇਹਨਾਂ ਖਾਸ ਅਤੇ ਅਨਮੋਲ ਵਚਨਾਂ ਦੇ ਲਈ ਪ੍ਰਭੂ ਜੀ, ਜੋ ਸੱਚਮੁੱਚ ਤੁਸੀਂ ਸਾਨੂੰ ਵਚਨ ਦੇ ਵਿੱਚ ਦੱਸਿਆ ਕਿ ਪਰਮੇਸ਼ਰ ਦਾ ਵੇਖਣਾ ਇਨਸਾਨਾਂ ਦਾ ਵੇਖਣਾ ਨਹੀਂ ਹੈ। ਸੱਚਮੁੱਚ ਖੁਦਾਵੰਦ ਤੁਸੀਂ ਸੰਸਾਰ ਦੇ ਲੋਕਾਂ ਦੇ ਨਾਲੋਂ ਬਹੁਤ ਅਲੱਗ ਅਤੇ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੇ ਹੋ ਪ੍ਰਭੂ ਜੀ। ਬੇਸ਼ੱਕ ਦੁਖੀ, ਪਰੇਸ਼ਾਨ, ਬਿਮਾਰ, ਥੱਕੇ ਤੇ ਭਾਰ ਹੇਠਾਂ ਦੱਬੇ ਹੋਇਆਂ ਨੂੰ ਸੰਸਾਰ ਨੇ ਛੱਡ ਦਿੱਤਾ ਤੇ ਹੋਰ ਸਤਾਇਆ, ਹੋਰ ਪਰੇਸ਼ਾਨ ਕੀਤਾ, ਪਰ ਤੁਸੀਂ ਉਸ ਦੁਖੀ, ਪਰੇਸ਼ਾਨ, ਮਸਕੀਨ, ਪਾਪੀ ਅਤੇ ਸਤਾਏ ਹੋਏ ਨੂੰ ਤੁਸੀਂ ਚੁਣਿਆ ਪਿਤਾ। ਉਸ ਨਰਕ ਦੇ ਖੱਡੇ ਦੇ ਵਿੱਚੋਂ ਬਾਹਰ ਲੈ ਕੇ ਆਂਦਾ, ਆਪਣੀ ਮਹਿਮਾ ਦੇ ਲਈ ਇਸਤੇਮਾਲ ਕੀਤਾ। ਉਹਨਾਂ ਦੇ ਸ਼ਬਦਾਂ ਦੇ ਦੁਆਰਾ ਤੁਸੀਂ ਮਹਿਮਾ ਨੂੰ ਚਾਹਿਆ ਪਿਤਾ ਜੀ। ਤੁਸੀਂ ਸਾਨੂੰ ਇਸ ਲਈ ਚੁਣਿਆ ਤਾਂ ਜੋ ਸੰਸਾਰ ਨੇ ਸਾਨੂੰ ਛੱਡ ਦਿੱਤਾ, ਔਰ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਖੁਦਾਵੰਦ ਕਿ ਚਾਹੇ ਸੰਸਾਰ ਤੁਹਾਨੂੰ ਛੱਡ ਦੇਵੇ ਪਰ ਮੈਂ ਤੁਹਾਨੂੰ ਨਾ ਕਦੇ ਛੱਡਾਂਗਾ ਔਰ ਨਾ ਹੀ ਕਦੇ ਤਿਆਗਾਂਗਾ।
ਤੁਸੀਂ ਆਪਣੇ ਸੱਚਾਈ ਦੇ ਨੇਮ ਨੂੰ ਸਾਡੇ ਨਾਲ ਬੰਨਿਆ ਪਿਤਾ। ਤੁਹਾਡਾ ਸਦਾ ਦਾ ਨੇਮ ਸਾਡੇ ਵਿੱਚ ਕਾਇਮ ਰਿਹਾ ਪ੍ਰਭੂ ਜੀ। ਤੁਹਾਡੇ ਦੂਤਾਂ ਨੇ ਸੱਚਮੁੱਚ ਸਾਨੂੰ ਸੰਭਾਲਿਆ ਔਰ ਤੁਹਾਡੀ ਦਇਆ ਕਿਰਪਾ ਸਾਡੇ ਉੱਤੇ ਬਣੀ ਰਹੀ ਪਿਤਾ ਪਰਮੇਸ਼ਰ। ਤੁਸੀਂ ਸੱਚਮੁੱਚ ਸਾਨੂੰ ਦੁੱਖਾਂ ਦੇ ਵਿੱਚ ਵੇਖਿਆ ਤੇ ਤੁਸੀਂ ਸਾਨੂੰ ਉਸ ਪਾਪਾਂ ਭਰੀ ਜ਼ਿੰਦਗੀ ਦੇ ਵਿੱਚੋਂ ਬਾਹਰ ਲੈ ਆਏ। ਖੁਦਾਵੰਦ ਤੁਸੀਂ ਇਸ ਕੰਮ ਦਾ ਵੇਰਵਾ ਨਾ ਕੀਤਾ ਕਿ ਇਹ ਪਾਪੀ ਆ, ਇਹ ਗੁਨਹਗਾਰ ਆ, ਇਹ ਨਸ਼ੇੜੀ ਆ, ਇਹ ਗਲਤ ਬੋਲਦਾ, ਇਹ ਵਿਭਚਾਰੀ ਆ। ਤੁਸੀਂ ਹਰ ਇੱਕ ਉਸ ਪਾਪੀ ਨੂੰ ਆਪਣੇ ਕੋਲ ਬੁਲਾਇਆ ਔਰ ਬੋਲਿਆ ਕਿ ਮੈਂ ਤੈਨੂੰ ਸ਼ੁੱਧ ਕਰਾਂਗਾ। ਦੇਖ ਮੈਂ ਤੈਨੂੰ ਚੰਗਾ ਕਰਨ ਵਾਲਾ ਆ, ਮੈਂ ਯਹੋਵਾ ਤੇਰਾ ਪਰਮੇਸ਼ਰ ਆ। ਖੁਦਾਵੰਦ ਤੁਸੀਂ ਆਪਣੇ ਸੱਚੇ ਪ੍ਰੇਮ ਦੇ ਨਾਲ ਸਾਨੂੰ ਹਰ ਇੱਕ ਨੂੰ ਭਰਿਆ, ਆਪਣੇ ਖੰਭਾਂ ਦੇ ਹੇਠਾਂ ਸਾਨੂੰ ਛੁਪਾਇਆ ਪਿਤਾ। ਆਪਣੇ ਦੂਤਾਂ ਦੇ ਦੁਆਰਾ ਸਾਡੀ ਅਗਵਾਈ ਕੀਤੀ ਪਿਤਾ ਪਰਮੇਸ਼ਰ। ਪਰ ਅਸੀਂ ਪਾਪੀ ਅਤੇ ਗੁਨਹਗਾਰ ਆਸ਼ੀਸ਼ ਬਰਕਤ ਪਾਉਣ ਤੋਂ ਬਾਅਦ ਖੁਦਾਵੰਦ ਫਿਰ ਤੋਂ ਤੁਹਾਡੇ ਨਾਮ ਦੇ ਵਿਰੁੱਧ ਖੜੇ ਹੋਏ। ਤੁਹਾਡੇ ਵਿਰੁੱਧ ਅਸੀਂ ਪਾਪ ਕੀਤੇ ਪਿਤਾ। ਤੁਹਾਡੀ ਦਇਆ ਤੋਂ ਅਸੀਂ ਅਲੱਗ ਕੀਤੇ ਗਏ ਪ੍ਰਭੂ ਜੀ। ਅਸੀਂ ਆਪਣੇ ਆਪ ਨੂੰ ਫਿਰ ਤੋਂ ਸੰਸਾਰਿਕ ਰੂਪ ਜਿਹੇ ਬਣਾ ਲਿਆ ਪਿਤਾ। ਅਸੀਂ ਤੁਹਾਡੇ ਵਚਨ ਨੂੰ ਸੁਣਿਆ ਪਰ ਅਣਸੁਣਿਆ ਕਰ ਦਿੱਤਾ ਪ੍ਰਭੂ ਜੀ। ਅਸੀਂ ਤੁਹਾਡੇ ਤੋਂ ਤੁਹਾਨੂੰ ਮੰਗਣ ਦੀ ਬਜਾਏ ਸੰਸਾਰ ਨੂੰ ਮੰਗਣਾ ਸ਼ੁਰੂ ਕਰ ਦਿੱਤਾ ਪਿਤਾ। ਉਸ ਸੰਸਾਰ ਨੂੰ ਜਿਹਨੇ ਸਾਨੂੰ ਛੱਡਿਆ ਸੀ ਅਸੀਂ ਉਹਨੂੰ ਫਿਰ ਤੋਂ ਬੇਹੱਦ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਪਰ ਉਸ ਸੰਸਾਰ ਨੇ ਫਿਰ ਤੋਂ ਸਾਨੂੰ ਠੋਕਰ ਮਾਰੀ ਪਰ ਅਸੀਂ ਉਹਨੂੰ ਨਾ ਛੱਡਿਆ। ਪਰ ਖੁਦਾਵੰਦ ਅਸੀਂ ਬਿਨਾਂ ਸੋਚੇ ਬਿਨਾਂ ਸਮਝੇ ਸੰਸਾਰਿਕ ਦੌੜ ਦੇ ਵਿੱਚ ਪੈ ਗਏ। ਅਸੀਂ ਤੁਹਾਡੀ ਕਿਰਪਾ ਤੋਂ ਵਾਂਝੇ ਰਹਿ ਗਏ ਪਿਤਾ ਪਰਮੇਸ਼ਰ। ਪਰ ਖੁਦਾਵੰਦ ਸਾਡੀ ਮਦਦ ਸਹਾਇਤਾ ਅਗਵਾਈ ਕਰੋ ਪਿਤਾ ਪਰਮੇਸ਼ਰ ਕਿ ਅਸੀਂ ਤੁਹਾਡੇ ਨਾਮ ਦੇ ਨਾਲ ਜੁੜੇ ਰਹੀਏ। ਤੁਹਾਡੀ ਮਹਿਮਾ ਤੁਹਾਡੀ ਦਇਆ ਤੁਹਾਡੀ ਕਿਰਪਾ ਦੇ ਵਿੱਚ ਪਹੁੰਚੀਏ ਪਿਤਾ। ਤੁਹਾਡੇ ਨਾਲ ਸਦਾ ਦਾ ਨੇਮ ਸਾਡੇ ਨਾਲ ਬੰਨਿਆ ਜਾਵੇ। ਸਦਾ ਦੀ ਕਿਰਪਾ ਤੇ ਦਇਆ ਸਾਡੀਆਂ ਜ਼ਿੰਦਗੀਆਂ 'ਚ ਹੋਵੇ ਪਿਤਾ। ਕੋਈ ਵੀ ਸ਼ੈਤਾਨੀ ਸ਼ਕਤੀ ਸਾਡੀਆਂ ਜ਼ਿੰਦਗੀਆਂ 'ਚ ਆਪਣੀ ਮਰਜ਼ੀ ਇੱਛਾ ਨੂੰ ਪੂਰੀਆਂ ਨਾ ਕਰ ਸਕੇ ਪਿਤਾ ਪਰਮੇਸ਼ਰ, ਕਿਉਂਕਿ ਤੁਸੀਂ ਸਾਨੂੰ ਬਚਾਉਣ ਵਾਲੇ, ਸਾਨੂੰ ਚੰਗਿਆ ਕਰਨ ਵਾਲੇ, ਸਾਨੂੰ ਰਚਣ ਵਾਲੇ, ਸਾਨੂੰ ਬਣਾਉਣ ਵਾਲੇ ਹੋ ਪਿਤਾ ਜੀ। ਤੁਸੀਂ ਸਾਨੂੰ ਚੁਣਿਆ, ਸਾਨੂੰ ਸ਼ੁੱਧ ਕੀਤਾ, ਪਵਿੱਤਰ ਕੀਤਾ। ਖੁਦਾਵੰਦ ਸੱਚਮੁੱਚ ਤੁਸੀਂ ਅਨੇਕਾਂ ਹੀ ਨਬੀਆਂ ਨੂੰ ਸਾਡੇ ਲਈ ਭੇਜਿਆ ਪਰ ਅਸੀਂ ਉਹਨਾਂ ਦੀ ਆਵਾਜ਼ ਨੂੰ ਨਾ ਸੁਣਿਆ। ਤੁਸੀਂ ਚੰਗਿਆਈ ਦੇ ਵਚਨ ਨੂੰ ਸਾਡੇ ਲਈ ਭੇਜਿਆ ਪਰ ਅਸੀਂ ਉਸ ਚੰਗਿਆਈ ਦੇ ਵਚਨ ਨੂੰ ਸੁਣਿਆ ਪਰ ਗ੍ਰਹਿਣ ਨਾ ਕੀਤਾ। ਤੁਸੀਂ ਵਾਰ-ਵਾਰ ਸਾਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਆਪਣੇ ਈਰਖਾ, ਜਲਸੀ, ਕ੍ਰੋਧ ਔਰ ਲੜਾਈ ਝਗੜੇ ਦੀ ਵਜ੍ਹਾ ਦੇ ਨਾਲ ਆਪਸ ਵਿੱਚ ਫੁੱਟ ਪਾਈ ਔਰ ਇੱਕ ਦੂਜੇ ਨੂੰ ਦੁੱਖ ਦਿੱਤਾ। ਖੁਦਾਵੰਦ ਮਾਫ ਕਰੋ ਪਿਤਾ ਪਰਮੇਸ਼ਰ। ਸਾਰੇ ਗਲਤੀਆਂ ਗੁਨਾਹਾਂ ਤੋਂ ਬਖਸ਼ ਦਿਓ ਮੇਰੇ ਪਿਤਾ। ਜਿੱਦਾਂ ਤੁਸੀਂ ਪਹਿਲਾਂ ਸਾਨੂੰ ਧੋਤਾ ਤੇ ਸ਼ੁੱਧ ਕੀਤਾ, ਇੱਕ ਵਾਰ ਫਿਰ ਤੋਂ ਸਾਨੂੰ ਸ਼ੁੱਧ, ਪਵਿੱਤਰ ਅਤੇ ਆਜ਼ਾਦ ਕਰੋ ਪਿਤਾ। ਤੁਹਾਡੀ ਸਦਾ ਦੀ ਦਇਆ ਸਾਡੇ ਸਾਰਿਆਂ ਦੇ ਨਾਲ ਹੁਣ ਤੋਂ ਲੈ ਕੇ ਸਦਾ ਤੱਕ ਬਣੀ ਰਹੇ। ਸਾਰੇ ਗਲਤੀਆਂ ਗੁਨਾਹਾਂ ਪਾਪਾਂ ਅਪਰਾਧਾਂ ਤੋਂ ਮਾਫ ਕਰੋ ਪ੍ਰਭੂ ਜੀ। ਆਪਣੀ ਸਦਾ ਦੀ ਦਇਆ ਕਿਰਪਾ ਦੇ ਵਿੱਚ ਸਾਨੂੰ ਲੈ ਚੱਲੋ ਪਿਤਾ। ਤੁਹਾਡੇ ਦੂਤਾਂ ਦੇ ਦੁਆਰਾ ਆਪਣੀ ਮਦਦ ਸਹਾਇਤਾ ਅਗਵਾਈ ਸਾਡੇ ਲਈ ਭੇਜੋ ਪਿਤਾ ਪਰਮੇਸ਼ਰ। ਸਾਡੀ ਆਸ਼ੀਸ਼ ਬਰਕਤ ਨੂੰ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚੋਂ ਯਿਸੂ ਮਸੀਹਾ ਦੇ ਸਾਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ। ਆਮੀਨ, ਆਮੀਨ, ਆਮੀਨ।